हाँ जी स्टूडेंट्स, गुड इवनिंग। ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋਵੋਗੇ ਕੁਝ ਟੌਪਿਕਸ ਦੇ ਮੈਂ ਨਾਮ ਮੈਂਸ਼ਨ ਕੀਤੇ ਨੇ। ਇਹ ਟੌਪਿਕਸ ਨੇ ਜਿਹੜੇ ਅੱਜ ਅਸੀਂ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਮੋਲ ਆ ਗਈ, ਕਮਲ ਆ ਗਿਆ, ਕਮਲ ਆ ਗਈ, ਸੁਖਵੀਰ, ਸੁਮਨ ਆ ਗਈ, ਸੁਰਿੰਦਰ। 1-2 ਮਿੰਟ ਹੋਰ ਵੇਟ ਕਰਦੇ हैं, बच्चे ਹੋਰ ਐਡ ਹੋ ਰਹੇ, ਫਿਰ ਉਸ ਤੋਂ ਬਾਅਦ ਅਸੀਂ ਸਟਾਰਟ ਕਰਦੇ हैं। ਅਗਰ ਕਿਸੇ ਨੂੰ ਪਹਿਲਾਂ ਵਾਲੇ ਟੌਪਿਕ ਦੇ ਵਿੱਚੋਂ ਕਿਸੇ ਕਿਸਮ ਦਾ ਕੋਈ ਡਾਊਟ ਹੈ ਤਾਂ ਉਹ ਮੈਨੂੰ ਮੈਸੇਜ ਕਰ ਦਿਓ, ਠੀਕ ਹੈ, ਤੇ ਮੈਂ ਉਹ ਕਰਵਾ ਦਵਾਂ ਇਹਨੇ। ਕੋਈ ਡਾਊਟ ਨਹੀਂ, ਓਕੇ। ਮੈਂ ਜੋ ਮੈਸੇਜ ਵੀ ਤੁਹਾਨੂੰ ਸੈਂਡ ਕੀਤਾ ਸੀ ਗਰੁੱਪ ਦੇ ਵਿੱਚ, 2 ਸਟੂਡੈਂਟ ਤਾਂ ਆਪਣੀਆਂ ਜੋ ਨੋਟਸ ਨੇ ਉਹ ਲੈ ਵੀ ਗਏ, ਰਿਪਨ ਤੇ ਮੁੰਡੇ ਦਾ ਨਾਮ ਕੀ ਨਾਮ ਹੈ, ਜਸਨੂਰ, ਠੀਕ ਹੈ ਜੀ। ਤੁਸੀਂ ਵੀ ਆਪਣੇ ਆਪਣੇ ਨੋਟਸ ਜਦੋਂ ਤੁਹਾਨੂੰ ਟਾਈਮ ਲੱਗਦਾ ਜਾਂ ਤੁਹਾਡੇ ਜਿਹੜੇ ਪਿੰਡਾਂ ਤੋਂ ਆਉਣੇ ਹੋ, ਹਨਾ, ਅਗਰ ਕੋਈ ਤੁਹਾਡਾ ਬੁਲਾਡੇ ਦੇ ਵਿੱਚ ਕੋਈ ਰਿਲੇਟਿਵ ਆ ਰਿਹਾ, ਹਨਾ, ਕੋਈ ਕਜ਼ਨ ਆ ਰਿਹਾ, ਕੋਈ ਵੀ ਅਗਰ ਬੁਲਾਡੇ ਉਹ ਆ ਰਿਹਾ, ਤਾਂ ਉਹਨਾਂ ਨੂੰ ਮੇਰਾ ਕੰਟੈਕਟ ਨੰਬਰ ਦੇ ਦਿਓ ਤੇ ਤੁਸੀਂ ਆਪਣੇ ਸੈਕਿੰਡ ਜਿਹੜੇ ਕਿ ਇਲੈਕਟ੍ਰਿਕ ਫੀਲਡ ਦੇ ਨੋਟਸ ਨੇ ਉਹ ਵੀ ਤੁਸੀਂ ਲੈ ਜਾਓ। ਮੈਂ ਪ੍ਰਿੰਟ ਆਊਟ ਉਹਦੇ ਕਢਵਾ ਲਈ, ਬਿਲਕੁਲ ਰੈਡੀ ਨੇ ਮੇਰੇ ਵੱਲੋਂ, ਠੀਕ ਹੈ, ਜਦੋਂ ਮਰਜ਼ੀ ਤੁਸੀਂ ਲੈ ਕੇ ਜਾ ਸਕਦੇ। ਚਲੋ ਜਦੋਂ ਸਟੂਡੈਂਟ ਆਉਣਗੇ ਪਾਇਡ ਕਰ ਲਾਂਗੇ। ਤਾਂ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂਗੇ ਨੈਕਸਟ ਟੌਪਿਕ। ਦੇਖੋ ਮੋਲੀਕਿਊਲਸ ਬਾਰੇ ਤੁਸੀਂ ਕੈਮਿਸਟਰੀ ਦੇ ਵਿੱਚ ਸਟੱਡੀ ਕਰਦੇ ਹੋ। ਜਿਹੜੇ ਮੋਲੀਕਿਊਲਸ ਨੇ ਉਹ ਮੋਲੀਕਿਊਲ ਸਾਡੇ ਕੋਲੇ 2 ਤਰੀਕੇ ਦੇ ਹੁੰਦੇ ਨੇ, 2 ਤਰ੍ਹਾਂ ਦੇ ਮੋਲੀਕਿਊਲਸ ਹੁੰਦੇ ਨੇ। ਇੱਕ ਮੋਲੀਕਿਊਲਸ ਉਹ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਪੋਲਰ ਮੋਲੀਕਿਊਲਸ, ਪੋਲਰ ਮੋਲੀਕਿਊਲਸ। ਇੱਕ ਹੁੰਦੇ ਨੇ ਅਨਪੋਲਰ ਜਾਂ ਤੁਸੀਂ ਕਹਿ ਸਕਦੇ ਹੋ ਨॉन ਪੋਲਰ ਮੋਲੀਕਿਊਲਸ, ਨॉन ਪੋਲਰ ਮੋਲੀਕਿਊਲਸ। ਜਸ਼ਨਪ੍ਰੀਤ ਆ ਗਿਆ, ਹਾਂਜੀ ਹਾਂਜੀ, ਮੇਰੇ ਹਾਊਸ ਤੋਂ ਲੈ ਕੇ ਜਾਣੇ ਨੇ। ਆਪਣਾ ਹਾਊਸ ਨਾ ਬੱਸ ਸਟੈਂਡ ਦੇ ਕੋਲ ਹੀ ਹੈ। ਜੇ ਤੁਸੀਂ ਆਓਗੇ ਹਨਾ ਬੁਲਾਡੇ, ਤੁਸੀਂ ਜਦੋਂ ਵੀ ਆਓਗੇ ਮੈਨੂੰ ਕਾਲ ਕਰ ਦਿਓ ਤੇ ਮੈਂ ਤੁਹਾਨੂੰ ਦੱਸ ਦੂੰਗਾ, ਘਰੇ ਆ ਕੇ ਮੈਥੋਂ ਲੈ ਜਾਓ, ਠੀਕ ਹੈ। ਜੇ ਕੁਝ ਡਾਊਟ ਹੋਇਆ ਤਾਂ ਚਾਹੇ ਉਹ ਡਾਊਟ ਵੀ ਸਮਝੋ। ਜਸ਼ਨਪ੍ਰੀਤ ਤੇ ਰਿਪਨ ਆ ਗਈ, ਉਹਨਾਂ ਨੂੰ ਐਡ ਕਰਨੀ, ਫਿਰ ਚੱਲਦੇ। ਹਾਂਜੀ, ਤਾਂ ਆਪਾਂ ਗੱਲ ਕਰ ਰਹੇ ਸੀ ਜਿਹੜੇ ਮੋਲੀਕਿਊਲਸ ਨੇ ਬੱਚੇ, ਉਹ 2 ਤਰੀਕੇ ਦੇ ਹੁੰਦੇ ਨੇ। ਇੱਕ ਹੁੰਦੇ ਨੇ ਪੋਲਰ ਮੋਲੀਕਿਊਲਸ, ਇੱਕ ਹੁੰਦੇ ਨੇ ਨॉन ਪੋਲਰ ਮੋਲੀਕਿਊਲਸ। ਤੁਸੀਂ ਸਭ ਨੇ ਕੈਮਿਸਟਰੀ ਦੇ ਵਿੱਚ ਇਹਦੇ ਬਾਰੇ ਪੜ੍ਹਿਆ ਹੋਇਆ ਹੈ। ਦੇਖੋ ਪੋਲਰ ਮੋਲੀਕਿਊਲਸ ਕਿਹੜੇ ਮੋਲੀਕਿਊਲਸ ਹੁੰਦੇ ਨੇ? ਪੋਲਰ ਮੋਲੀਕਿਊਲਸ ਆਰ ਦੋਜ਼ ਮੋਲੀਕਿਊਲਸ in which center of gravity of positive charge and negative charge do not coincide with each other. Polar molecules ਇਹੋ ਜਿਹੇ molecules ਨੇ ਜਿਨ੍ਹਾਂ ਦੇ ਪੋਜ਼ਿਟਿਵ ਤੇ ਨੈਗੇਟਿਵ ਜਿਹੜੇ ਸੈਂਟਰ ਆਫ ਗ੍ਰੈਵਿਟੀ ਨੇ ਉਹ ਆਪਸ ਦੇ ਵਿੱਚ ਕੋਇਨਸਾਈਡ ਨਹੀਂ ਕਰਦੇ। ਦੇਖੋ ਤੁਸੀਂ ਸੈਂਟਰ ਆਫ ਮਾਸ ਦਾ ਕਨਸੈਪਟ ਕੀ ਹੈ +1 ਦੇ ਵਿੱਚ ਪੜਿਆ, ਉਹੀ ਕਨਸੈਪਟ ਅਸੀਂ ਇੱਥੇ ਲਾਉਣਾ ਹੈ। ਪੋਲਰ ਮੋਲੀਕਿਊਲਸ ਦੀ ਐਗਜ਼ਾਮਪਲ ਜੇ ਮੈਂ ਤੁਹਾਨੂੰ ਦੱਸਾਂ, ਵਾਟਰ। ਹੁਣ ਵਾਟਰ ਦੀ ਸਟਰਕਚਰ ਤੁਹਾਨੂੰ ਸਭ ਨੂੰ ਪਤਾ ਹੈ, ਕੁਝ ਐਵੇਂ ਹੁੰਦੀ ਹੈ, ਆਕਸੀਜਨ, ਫਿਰ ਹਾਈਡਰੋਜਨ, ਫਿਰ ਇੱਕ ਹਾਈਡਰੋਜਨ। ਤੇ ਆਪਾਂ ਸਭ ਨੂੰ ਪਤਾ ਹੈ ਵੀ ਜਿਹੜਾ ਆਕਸੀਜਨ ਹੈ ਉਹ ਕੀ ਹੈ, ਮੋਰ ਇਲੈਕਟ੍ਰੋਨੈਗੇਟਿਵ ਹੈ, ਜਿਹਦੇ ਕਰਕੇ ਇੱਥੇ ਇਹਦੇ ਤੇ ਕੀ ਆ ਜਾਂਦਾ, ਪਾਰਸ਼ੀਅਲ ਨੈਗੇਟਿਵ ਚਾਰਜ ਆ ਜਾਂਦਾ। ਹਾਈਡਰੋਜਨ ਤੇ ਕੀ ਆ ਜਾਂਦਾ, ਪਾਰਸ਼ੀਅਲ ਪੋਜ਼ਿਟਿਵ ਚਾਰਜ। ਇਸ ਹਾਈਡਰੋਜਨ ਤੇ ਵੀ ਕੀ ਆ ਜਾਂਦਾ, ਪਾਰਸ਼ੀਅਲ ਪੋਜ਼ਿਟਿਵ ਚਾਰਜ। ਇਸ ਤਰੀਕੇ ਨਾਲ ਚਾਰजेस ਆ ਜਾਂਦੇ ਨੇ।
अच्छा हुण ये जिहड़ा नैगेटिव चार्ज है ते देखो दो साडे कोले पॉजिटिव चार्ज ने, जिहड़े बच्चे दो पॉजिटिव चार्ज तुहानूं दिख रहे ने ना, इन्हां दा जिहड़ा सेंटर ऑफ ग्रेविटी है असीं वो इत्थे बनावांगे लाइक दिस। मतलब हुण देखो एक तुहाडे कोले नैगेटिव पार्शियल नैगेटिव चार्ज है, एक तुहाडे कोले पार्शियल पॉजिटिव चार्ज है, ते दोनों विचकार कुछ ना कुछ डिस्टेंस है ना। दैट मीनस पॉजिटिव चार्ज दी जिहड़ी सेंटर ऑफ ग्रेविटी है ते नेगेटिव चार्ज दी सेंटर ऑफ ग्रेविटी है वो आपस दे विच कोइंसाइड नहीं कर रही, तो इस तरीके दे मॉलिक्यूल्स नूं असीं की बोलदे हैं पोलर मॉलिक्यूल्स। सिमिलरली नॉन पोलर दी जे मैं गल करा, नॉन पोलर दे विच एग्जांपल आ जांदी है बच्चे जिवें कार्बन डाइऑक्साइड। हुण कार्बन डाइऑक्साइड दी तुसीं डायग्राम कुछ ऐ बनाउणा सी, फिर इधर ऑक्सीजन, फिर इधर की है ऑक्सीजन, बॉन्ड तुसीं डबल लाउणे हो, ठीक है। मैं बॉन्ड दी गल नहीं कर रहा, मैं जस्ट रिप्रेजेंटेशन दी गल कर रहा। तो आपां की करदे हैं जिहड़ा ये ऑक्सीजन है ये पार्शियल नैगेटिव, इत्थे भी की होंदा है पार्शियल नैगेटिव, ते जिहड़ा कार्बन उते की होंदा पार्शियल पॉजिटिव चार्ज आ जांदा है। हुण जिहड़े दो पार्शियल नैगेटिव चार्जेस ने, जे इन्हां दोनों दा मैं सेंटर ऑफ मास देखा तो ओह इस कार्बन दे कोल लाई करेगा, क्योंकि ऑक्सीजन ऑक्सीजन बिल्कुल सेम ने, आइडेंटिकल ने, तो इसका सेंटर ऑफ मास की होगा बिल्कुल सेंटर च आऊगा। ਇਹਦਾ मतलब पॉजिटिव चार्ज ते नेगेटिव चार्ज आपस च की करगे कोइंसाइड करगे। जो ये आपस दे विच कोइंसाइड करदे हैं फिर इहनूं की बोलदे असीं नॉन पोलर। इत्थे की सीगा नेगेटिव चार्ज इत्थे सीगा, पॉजिटिव चार्ज नीचे सीगा, ते दोनों दे विचकार की सीगा एक डिस्टेंस। So that type of molecules are called polar molecules. Definition की लिखांगे polar molecules दी। polar molecule तो बड़ी सिंपल जी डेफिनेशन है, सानू रट्टा लाउण दी लोड़ नहीं हैगी। की लिखांगे a molecule is said to be polar if center of gravity मतलब center of mass, if center of gravity of positive charge do not coincide with center of gravity of negative charge। बड़ी सिंपल जी डेफिनेशन, देखो किते भी रट्टाफिकेशन की लोड़ नहीं हैगी। सिमिलरली नॉन पोलर दी असीं की लिखांगे नॉन पोलर मॉलिक्यूल। देखो कोई ज्यादा डेफिनेशन दे विच फर्क नहीं आऊगा, की आऊगा इहदे विच कोइंसाइड करनगे, तां की लिखांगे अ molecule is said to be non-polar if center of gravity ऊपर भी स्पेलिंग थोड़ी सी मिस्टेक होगी, GR होगा। if center of gravity of positive charge coincide with the center of gravity of negative charge। दोनों दी एग्जांपल्स मैं तुहानूं दसदी हां। हुण की सानू बोर्ड दे विच इह पुछणगे पोलर मॉलिक्यूल की हुंदे नॉन पोलर, आंसर है नो। इत्थे सानू कोई क्वेश्चन नहीं पुछदे हैगे। सानू जिहड़ा क्वेश्चन आऊगा वो आऊगा जिहड़ा साडा नैक्सट टॉपिक है, जिहदे लई सानू इह कांसैप्ट समझना पिया है, वो हैगा जी इलैक्ट्रिक डायपोल। दिस टॉपिक इज वेरी इंपॉर्टेंट। ਇਹਦਾ ਜਸਟ ਅਸੀਂ ਡੈਫੀਨੇਸ਼ਨ ਹੀ ਪੜਨ ਜਾ ਰਹੇ ਹਾਂਗੇ। ਇਸ ਤੋਂ ਬਾਅਦ ਜਿਹੜੇ ਇਲੈਕਟ੍ਰਿਕ ਡਾਇਪੋਲ ਦੇ ਜਿਹੜੇ ਕੀ ਹੈ ਟੌਪਿਕਸ ਨਾਲ ਰਿਲੇਟਡ ਨੇ, ਜਿਹੜੇ ਆਰਟੀਕਲਸ ਨੇ ਉਹ ਕਾਫੀ ਇੰਪੋਰਟੈਂਟ ਨੇ। ਤਾਂ ਇਲੈਕਟ੍ਰਿਕ ਡਾਇਪੋਲ, ਇਲੈਕਟ੍ਰਿਕ ਦਾ ਮਤਲਬ ਬੱਚੇ ਚਾਰਜ, डायपोल का मतलब दो पोल, ठीक है। डायपोल का मतलब दो पोल, इलैक्ट्रिक का मतलब चार्ज, मतलब चार्ज भी होवे ते ओदे दो पोल होण। तां किवें डिफाइन करांगे भी इलैक्ट्रिक डायपोल होया की है, भी की चीज है।
इलैक्ट्रिक डायपोल बच्चे की है एन अरेंजमेंट, डेफिनेशन लिखना है पहला, इट इज एन अरेंजमेंट ऑफ टू equal and opposite charges which are separated by some distance देखो ਜਿਹੜਾ ਅਸੀਂ ਪੜ੍ਹ ਕੇ ਆਏ ਪੋਲਰ ਮੋਲੀਕਿਊਲਸ, ਤਾਂ ਇਹ ਪੋਲਰ ਮੋਲੀਕਿਊਲ ਦਾ ਹੀ ਇੱਕ ਅਰੇਂਜਮੈਂਟ ਹੈ, ਬਟ ਇਹਦੇ ਵਿੱਚ ਕੰਡੀਸ਼ਨ ਕੀ ਹੈ, ਜਿਹੜੇ ਦੋ ਚਾਰजेस ਨੇ ਉਹ ਇਕੁਅਲ ਹੋਣਗੇ, ਮਤਲਬ ਉਹਨਾਂ ਦਾ ਮੈਗਨੀਟਿਊਡ ਇਕੁਅਲ ਹੋਊਗਾ, ਬਟ ਉਹਨਾਂ ਦਾ ਜਿਹੜਾ ਸਾਈਨ ਆ ਉਹ ਕੀ ਹੋਊਗਾ, ਆਪੋਜ਼ਿਟ ਹੋਊਗਾ। ਮਤਲਬ ਮੈਂ ਤੁਹਾਨੂੰ ਕਹਦਾ ਵੀ ਇੱਕ ਤੁਹਾਡੇ ਕੋਲੇ ਪੋਜ਼ਿਟਿਵ ਚਾਰਜ ਹੈ ਤੇ ਇੱਕ ਤੁਹਾਡੇ ਕੋਲੇ ਉਨੇ ਹੀ ਮੈਗਨੀਟਿਊਡ ਦਾ ਨੈਗੇਟਿਵ ਚਾਰਜ ਹੈ, ਤੇ ਦੋਨਾਂ ਦੇ ਵਿਚਕਾਰ ਕੋਈ ਨਾ ਕੋਈ ਡਿਸਟੈਂਸ ਹੈ, ਤਾਂ ਤੁਹਾਡੇ ਕੋਲੇ ਜਿਹੜਾ ਹੀ ਅਰੇਂਜਮੈਂਟ ਬਣ ਗਿਆ, ਇਸ ਅਰੇਂਜਮੈਂਟ ਨੂੰ ਅਸੀਂ ਕੀ ਬੋਲਦੇ ਆ, ਇਲੈਕਟ੍ਰਿਕ ਡਾਇਪੋਲ। दैट मींस ਕੀ ਹੋ ਗਿਆ, ਇਲੈਕਟ੍ਰਿਕ ਡਾਇਪੋਲ ਇਜ਼ ਐਨ ਅਰੇਂਜਮੈਂਟ of two equal, मतलब if this charge has magnitude q, then this charge has also magnitude q, but opposite, एक positive एक negative, which are separated by some distance। ਇਹ ਜਿਹੜਾ distance ਹੈ the center to center, ਉਹ ਤੁਸੀਂ ਲੈਣਾ 2a ਲੈਣਾ। ਇਹ ਸਾਡੀ assumption ਹੈ। ਦੇਖੋ ਲੈਣ ਨੂੰ ਅਸੀਂ ਇੱਕ ਪੋਜ਼ਿਟਿਵ ਤੇ ਜਿਹੜੇ ਨੈਗੇਟਿਵ ਇਲੈਕਟ੍ਰਿਕ ਡਾਇਪੋਲ ਦੇ ਵਿਚਕਾਰ ਦਾ ਡਿਸਟੈਂਸ, ਕੋਈ ਤੁਸੀਂ ਡਿਸਟੈਂਸ a ਵੀ ਲੈ ਸਕਦੇ ਹੋ, ਕੋਈ ਵੱਡੀ ਗੱਲ ਨਹੀਂ, ਬਟ ਪਤਾ ਕੀ ਹੈ, ਅੱਗੇ ਜਾ ਕੇ ਨਾ ਅਸੀਂ ਇਹਨੂੰ ਡਿਵਾਈਡ ਕਰਨਾ ਹੁੰਦਾ ਹੈ। ਜਦੋਂ ਡਿਵਾਈਡ ਕਰੋਗੇ ਫਿਰ ਤੁਹਾਨੂੰ a ਨੂੰ ਇੱਥੇ ਕੀ ਲਿਖਣਾ ਪਊਗਾ, a/2, ਇਹਨੂੰ ਕੀ ਲਿਖਣਾ ਪਊਗਾ, a/2। ਫਿਰ ਜਿਹੜੇ ਸਾਡੇ ਕੈਲਕੂਲੇਸ਼ਨਸ ਨੇ ਨਾ ਉਹ ਕੀ ਹੈ, ਉਹ ਕੰਪਲਿਕੇਟਡ ਹੋ ਜਾਣਗੀਆਂ। ਬਟ ਜੇ ਅਸੀਂ ਇਸ 2a ਨੂੰ ਡਿਵਾਈਡ ਕਰੀਏ ਤਾਂ ਆਪਾਂ ਨੂੰ ਪਤਾ ਹੈ ਇੰਨਾ ਪੋਰਸ਼ਨ ਕਿੰਨਾ ਆਏਗਾ, a। ਇਹ ਵੀ ਫ੍ਰੈਕਸ਼ਨ ਚ ਕੰਮ ਕਰਨਾ ਸਾਨੂੰ ਔਖਾ ਲੱਗਦਾ ਹੈ, ਇਸੇ ਕਰਕੇ ਅਸੀਂ ਜਿਹੜਾ ਇਹਨਾਂ ਦੇ ਵਿਚਕਾਰ ਦਾ ਡਿਸਟੈਂਸ ਉਹ 2a ਕੰਸੀਡਰ ਕੀਤਾ। ਹੁਣ ਕਈ ਵਾਰ ਬੱਚੇ ਪਤਾ ਕੁਝ ਨਹੀਂ ਪੁੱਛਦੇ ਵੀ ਸਰ 2a ਹੀ ਲੈਣਾ ਹੈ, 2r ਨਹੀਂ ਲਿਖ ਸਕਦੇ, ਤਾਂ ਆਨਸਰ ਹੈ ਤੁਸੀਂ ਲਿਖ ਸਕਦੇ ਹੋ 2r ਵੀ ਲਿਖ ਸਕਦੇ ਹੋ, ਤੁਸੀਂ 2l ਵੀ ਲਿਖ ਸਕਦੇ ਹੋ। ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਟਵਾਈਸ ਲਿਖਣਾ, ਠੀਕ ਹੈ ਜੀ, ਇੰਨੀ ਗੱਲ ਦਾ ਧਿਆਨ ਰੱਖਿਓ। ਹੁਣ ਬੱਚੇ ਜਿਹੜਾ ਵੀ ਇਲੈਕਟ੍ਰਿਕ ਡਾਇਪੋਲ ਹੁੰਦਾ ਨਾ, ਉਹਦੀ ਇੱਕ ਡਾਇਪੋਲ ਮੂਵਮੈਂਟ ਹੁੰਦੀ ਹੈ। हर एक इलेक्ट्रिक डायपोल दी की हुंदी है, एक डायपोल मूवमेंट हुंदी है। ये इस तो भी ज्यादा इंपॉर्टेंट है। डायपोल मूवमेंट, ਇਹਦਾ ਜਿਹੜਾ ਸਿੰਬਲ ਹੈ ਉਹਨੂੰ ਅਸੀਂ p ਨਾਲ ਲਿਖਦੇ ਹਾਂ, ਇੱਕ ਵੈਕਟਰ ਕੁਆਂਟੀਟੀ ਹੈ ਤਾਂ p ਵੈਕਟਰ। ਹੁਣ ਡਾਇਪੋਲ ਮੂਵਮੈਂਟ ਕੀ ਹੁੰਦਾ ਹੈ, ਜੇ ਅਸੀਂ ਡਾਇਪੋਲ ਮੂਵਮੈਂਟ ਨੂੰ ਸਮਝੀਏ ਤਾਂ ਡਾਇਪੋਲ ਮੂਵਮੈਂਟ ਬੱਚੇ ਕੀ ਹੈ, ਇਹ ਸਾਨੂੰ ਨਾ ਸਟਰੈਂਥ ਦੱਸਦੀ ਹੈ। It tells about the strength of electric dipole। ਇਹ ਇੱਕ ਅਜਿਹੀ ਫਿਜ਼ੀਕਲ ਕੁਆਂਟੀਟੀ ਹੈ ਜਿਹੜੀ ਸਾਨੂੰ ਕੀ ਦੱਸਦੀ ਹੈ, ਸਟਰੈਂਥ ਦੱਸਦੀ ਹੈ। ਸਟਰੈਂਥ ਮਤਲਬ ਸਮਝਦੇ ਹੋ ਨਾ ਵੀ ਕਿੰਨੀ ਵੈਲਿਊ ਹੈ ਇਸ ਇਲੈਕਟ੍ਰਿਕ ਡਾਇਪੋਲ ਦੀ, ਠੀਕ ਹੈ ਜੀ। ਹੁਣ ਜਿਹੜੀ ਉਹ ਸਟਰੈਂਥ ਹੈ ਉਹਦਾ ਫਾਰਮੂਲਾ ਕੀ ਹੈ, ਉਹਦਾ ਫਾਰਮੂਲਾ ਦੇਖਦੇ ਆਪਾਂ। ਫਾਰਮੂਲਾ ਕੀ ਹੈ, ਉਹ ਹੈਗਾ P = Q into 2a। This is the formula with the help of which we can find the dipole moment of an electric dipole। किवें डिफाइन करांगे, देखो dipole moment की definition की बनूगी, it may be defined as देखो फॉर्मूले तो डेफिनेशन बनानी है। फॉर्मूले ਦੇ ਵਿੱਚ प्रोडक्ट है किदी, एक ਤਾਂ चार्ज दी एक सैपरेशन दी। ਹੁਣ ਚਾਰਜ ਕੀ ਹੈ, Q, ਕਿਉਂਕਿ ਦੋਨਾਂ ਦੇ ਚਾਰਜ Q ਹੈ, ਪਲੱਸ ਮਾਈਨਸ ਨਹੀਂ ਅਸੀਂ ਦੇਖਣਾ, ਬਸ ਅਸੀਂ ਮੈਗਨੀਟਿਊਡ ਹੀ ਕੰਸੀਡਰ ਕਰਨਾ ਹੈ। ਤਾਂ ਡੈਫੀਨੇਸ਼ਨ ਕੀ ਬਣੂਗੀ, ਇਟ ਮੇ ਬੀ ਡਿਫਾਈਨਡ ਐਜ਼ ਦ ਪ੍ਰੋਡਕਟ ਆਫ magnitude of either charge and separation between them। ਇਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਲਿਖ ਸਕਦੇ ਹੋ ਇਹਦੀ ਡੈਫੀਨੇਸ਼ਨ ਨੂੰ। ਡਾਇਪੋਲ ਮੂਵਮੈਂਟ ਦੀ
ਡੈਫੀਨੇਸ਼ਨ ਪੇਪਰ ਦੇ ਵਿੱਚ ਆ ਸਕਦੀ ਹੈ, ਕੋਈ ਵੱਡੀ ਗੱਲ ਨਹੀਂ ਹੈਗੀ। ਡਾਇਪੋਲ ਮੂਵਮੈਂਟ ਕੀ ਹੈ, ਇੱਕ ਅਜਿਹੀ ਫਿਜ਼ੀਕਲ ਕੁਆਂਟੀਟੀ ਹੈ ਜਿਹੜੀ ਸਾਨੂੰ ਇਲੈਕਟ੍ਰਿਕ ਡਾਇਪੋਲ ਦੀ ਕੀ ਦੱਸਦੀ ਹੈ, ਸਟਰੈਂਥ ਦੱਸਦੀ ਹੈ। ਤੇ ਇਹਨੂੰ ਡਿਫਾਈਨ ਕਿਵੇਂ ਕਰ ਸਕਦੇ ਆ, ਇਹ ਇੱਕ ਪ੍ਰੋਡਕਟ ਹੈ ਕਿਹਦੀ, ਮੈਗਨੀਟਿਊਡ ਆਫ ਆਈਦਰ ਚਾਰਜ ਐਂਡ ਦ ਸੈਪਰੇਸ਼ਨ ਬਿਟਵੀਨ them। ਦੇਖੋ ਇਸ ਲਾਈਨ ਦਾ ਮਤਲਬ ਕੀ ਹੈ, ਮੈਗਨੀਟਿਊਡ ਆਫ ਆਈਦਰ ਚਾਰਜ, ਵੀ ਤੁਹਾਡੇ ਕੋਲ ਦੋ ਚਾਰਜ ਨੇ, ਇੱਕ ਪੋਜ਼ਿਟਿਵ ਹੈ ਇੱਕ ਨੈਗੇਟਿਵ, ਉਹਨਾਂ ਚੋਂ ਕੋਈ ਵੀ ਇੱਕ ਚੱਕ ਲਓ ਕਿਉਂਕਿ ਦੋਨਾਂ ਦਾ ਮੈਗਨੀਟਿਊਡ ਸੇਮ ਹੈ, ਠੀਕ ਹੈ। ਡਿਸਟੈਂਸ ਤਾਂ ਆਪਣਾ 2a ਹੈਗਾ ਹੀ ਹੈ। ਹੁਣ ਜਿਹੜੀ ਇਹ ਡਾਇਪੋਲ ਮੂਵਮੈਂਟ ਹੈ ਬੱਚੇ, ਇਹ ਇੱਕ ਵੈਕਟਰ ਕੁਆਂਟੀਟੀ ਹੈ। ਇਟ ਇਜ਼ ਅ ਵੈਕਟਰ ਕੁਆਂਟੀਟੀ। ਹੁਣ ਜੇ ਵੈਕਟਰ ਕੁਆਂਟੀਟੀ ਹੈ ਤਾਂ ਡੈਫੀਨਿਟਲੀ ਇਹਦੀ ਡਾਇਰੈਕਸ਼ਨ ਵੀ ਹੋਏਗੀ। ਤਾਂ ਡਾਇਰੈਕਸ਼ਨ ਦੇਖਦੇ ਹਾਂ ਅਸੀਂ, ਡਾਇਰੈਕਸ਼ਨ ਕੀ ਹੈ ਇਹਦੀ, ਡਾਇਰੈਕਸ਼ਨ ਆਫ ਡਾਇਪੋਲ ਮੂਵਮੈਂਟ ਇਹ ਹੈਗੀ ਬੱਚੇ ਨੈਗੇਟਿਵ ਟੂ ਪੋਜ਼ਿਟਿਵ ਹੁੰਦੀ ਹੈ। ਨੈਗੇਟਿਵ ਟੂ ਪੋਜ਼ਿਟਿਵ ਬੱਚੇ ਬਹੁਤ ਜ਼ਿਆਦਾ ਕੀ ਹੈ ਗਲਤ ਇਹਦੀ ਡਾਇਰੈਕਸ਼ਨ ਲਿਖ ਕੇ ਆਉਂਦੇ ਆ, ਤੇ ਮੈਂ ਉਹਨਾਂ ਨੂੰ ਇੱਕ ਤਰੀਕਾ ਦੱਸਦਾ ਅਗਰ ਤੁਸੀਂ ਡਾਇਪੋਲ ਮੂਵਮੈਂਟ ਦੀ ਡਾਇਰੈਕਸ਼ਨ ਨੂੰ ਯਾਦ ਰੱਖਣਾ ਹੈ। ਦੇਖੋ ਤੁਸੀਂ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਸਿੱਖੀ ਹੋਈ ਹੈ, ਤੁਹਾਨੂੰ ਪਤਾ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹ ਮੈਂ ਸਿਖਾਇਆ ਹੈਗਾ ਵੀ ਕੀ ਹੁੰਦਾ ਹੈ, ਉਹ ਪੋਜ਼ਿਟਿਵ ਟੂ ਨੈਗੇਟਿਵ ਹੁੰਦਾ ਹੈ ਨਾ। ਤਾਂ ਇਲੈਕਟ੍ਰਿਕ ਡਾਇਪੋਲ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਆਪੋਜ਼ਿਟ ਹੁੰਦੀ ਹੈ ਇਲੈਕਟ੍ਰਿਕ ਫੀਲਡ ਦੇ। ਬਸ ਤੁਸੀਂ ਇੰਨੀ ਗੱਲ ਯਾਦ ਰੱਖੋ, ਇਲੈਕਟ੍ਰਿਕ ਫੀਲਡ ਤੋਂ ਆਪੋਜ਼ਿਟ ਡਾਇਰੈਕਸ਼ਨ ਹੁੰਦੀ ਹੈ ਕਿਸ ਦੀ, ਡਾਇਪੋਲ ਮੂਵਮੈਂਟ ਦੀ, ਠੀਕ ਹੈ। ਇਹਦੇ ਨਾਲ ਤੁਹਾਨੂੰ ਕਨਫਿਊਜ਼ਨ ਨਹੀਂ ਹੋਊਗੀ, ਤੁਸੀਂ ਬਸ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਯਾਦ ਰੱਖਣੀ ਹੈ ਕਿ ਇਲੈਕਟ੍ਰਿਕ ਫੀਲਡ ਲਾਈਨਸ ਟਰੈਵਲਡ ਫਰੋਮ ਪੋਜ਼ਿਟਿਵ ਟੂ ਨੈਗੇਟਿਵ। ਇਹਦਾ ਮਤਲਬ ਇਲੈਕਟ੍ਰਿਕ ਡਾਇਪੋਲ ਮੂਵਮੈਂਟ ਦੀ ਜੇ ਕਿਤੇ ਗੱਲ ਆ ਗਈ ਦੈਟ ਮੀਨਸ ਦੇ ਟਰੈਵਲ ਫਰੋਮ ਨੈਗੇਟਿਵ ਟੂ ਪੋਜ਼ਿਟਿਵ। ਫਿਰ ਗੱਲ ਕਰੀਏ ਵੈਕਟਰ ਫਾਰਮ ਦੇ ਵਿੱਚ, ਇਸ ਨੂੰ ਅਸੀਂ ਕਿਵੇਂ ਲਿਖਾਂਗੇ, ਵੈਕਟਰ ਫਾਰਮ। ਤਾਂ ਇਹਨੂੰ ਤੁਸੀਂ ਲਿਖ ਸਕਦੇ ਹੋ p ਵੈਕਟਰ q 2a ਵੈਕਟਰ। ਇਹਨੂੰ ਇਦਾਂ ਤੁਸੀਂ ਵੈਕਟਰ ਫਾਰਮ ਦੇ ਵਿੱਚ ਲਿਖ ਸਕਦੇ ਹੋ ਕਿਉਂਕਿ q ਦਾ ਸਕੇਲਰ ਕੁਆਂਟੀਟੀ ਹੈ ਨਾ, ਜਿਹੜਾ ਡਿਸਟੈਂਸ ਹੈ ਮਤਲਬ ਉਹਦੇ ਵਿਚਕਾਰ ਦੀ ਡਿਸਪਲੇਸਮੈਂਟ ਹੈ ਜਿਹੜੀ, ਉਹਨੂੰ ਤੁਸੀਂ ਵੈਕਟਰ ਦੇ ਵਿੱਚ ਲਿਖ ਸਕਦੇ ਹੋ। ਜੇ ਗੱਲ ਕਰੀਏ ਅਸੀਂ ਦੀ SI ਯੂਨਿਟ ਦੀ, ਤਾਂ SI ਯੂਨਿਟ ਮੈਨੂੰ ਨਹੀਂ ਲੱਗਦਾ ਵੀ ਕੋਈ ਔਖਾ ਕੰਮ ਹੋਊਗਾ। ਦੇਖੋ ਚਾਰਜ ਦੀ ਯੂਨਿਟ ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਕੂਲਮ, ਡਿਸਟੈਂਸ ਦੇ ਯੂਨਿਟ ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਮੀਟਰ। ਤਾਂ ਇਹ ਹੋ ਗਏ ਇਹਦੇ ਯੂਨਿਟ। ਹੁਣ ਨਾ ਯੂਨਿਟ ਨਾਲ ਧਿਆਨ ਨਾਲ ਲਿਖਣਾ, ਕਈ ਵਾਰ ਨਾ ਬੱਚੇ ਪਤਾ ਐਵੇਂ ਲਿਖ ਕੇ ਆਉਂਦੇ ਨੇ cm, ਇਹ ਬਣ ਗਿਆ ਸੈਂਟੀਮੀਟਰ। ਤਾਂ ਇਹਦੀ ਰਿਪਰੈਜ਼ੈਂਟੇਸ਼ਨ ਨੂੰ ਥੋੜਾ ਜਿਹਾ ਧਿਆਨ ਨਾਲ ਲਿਖਣਾ ਜੀ, c ਵੱਡੀ ਕਰਕੇ ਪਾਉਣੀ ਹੈ ਥੋੜੀ ਜੀ, ਠੀਕ ਹੈ। ਮੀਟਰ ਦਾ ਜਿਹੜਾ m ਹੈ ਉਹ ਛੋਟਾ ਪਾਉਣਾ ਹੈ ਤਾਂ ਕਿ ਪਤਾ ਲੱਗੇ ਵੀ ਤੁਸੀਂ ਕੂਲਮ ਮੀਟਰ ਲਿਖਿਆ ਹੈ, ਸੈਂਟੀਮੀਟਰ ਨਹੀਂ ਲਿਖਿਆ, ਠੀਕ ਹੈ। ਤਾਂ ਮੈਂ ਦੁਬਾਰਾ ਤੋਂ ਥੋੜਾ ਦੱਸ ਦਿੰਦਾ, ਇਲੈਕਟ੍ਰਿਕ ਡਾਇਪੋਲ ਅਸੀਂ ਪੜਿਆ, ਇਲੈਕਟ੍ਰਿਕ ਡਾਇਪੋਲ ਕੀ ਇੱਕ ਅਰੇਂਜਮੈਂਟ ਹੈ ਕਿਹਦਾ, ਦੋ ਇਕੁਅਲ ਐਂਡ ਆਪੋਜ਼ਿਟ ਚਾਰजेस ਦਾ, ਤੇ ਜਿਨ੍ਹਾਂ ਵਿਚਕਾਰ ਕੁਝ ਨਾ ਕੁਝ ਕੀ ਹੈ ਸੈਪਰੇਸ਼ਨ ਹੁੰਦੀ ਹੈ। ਉਹ ਸੈਪਰੇਸ਼ਨ ਕਿੰਨੀ ਹੈ 2a। 2 ਹੀ a ਹੀ ਕਿਉਂ ਲਿੱਤੀ, ਕਿਉਂਕਿ ਮੈਂ ਤੁਹਾਨੂੰ ਦੱਸਤਾ ਕਿਉਂਕਿ ਅਸੀਂ ਫ੍ਰੈਕਸ਼ਨ ਤੋਂ ਬਚਣਾ ਚਾਹੁੰਦੇ ਹਾਂ, ਠੀਕ ਹੈ, ਤਾਂ ਕਿ ਸਾਡੀ ਜਿਹੜੀਆਂ ਕੈਲਕੂਲੇਸ਼ਨਸ ਨੇ ਉਹ ਈਜ਼ੀ ਹੋ ਜਾਣ। ਡਾਇਪੋਲ ਦਾ ਮਤਲਬ ਹੀ ਆਪਣੇ ਆਪ ਚ ਕੀ ਹੈ, ਦੋ ਸਿਮਿਲਰ ਪੋਲ, ਦੋ ਸਿਮਿਲਰ ਪੋਲ। ਫਿਰ ਹਰ ਇੱਕ ਡਾਇਪੋਲ ਦੀ, ਇਲੈਕਟ੍ਰਿਕ ਡਾਇਪੋਲ ਦੀ ਕੀ ਹੁੰਦੀ ਹੈ, ਇੱਕ ਡਾਇਪੋਲ ਮੂਵਮੈਂਟ ਹੁੰਦੀ ਹੈ ਜਿਹਦਾ ਫਾਰਮੂਲਾ ਮੈਂ ਤੁਹਾਨੂੰ ਦੱਸਤਾ p = q × 2a ਹੈ, ਠੀਕ ਹੈ। ਇਹ ਡਾਇਪੋਲ ਮੂਵਮੈਂਟ ਦੱਸਦੀ ਕੀ ਹੈ, ਇਹ ਸਟਰੈਂਥ ਦੱਸਦੀ ਹੈ ਇਲੈਕਟ੍ਰਿਕ ਡਾਇਪੋਲ ਦੀ। ਜਿੰਨੀ p ਦੀ ਵੈਲਿਊ ਜ਼ਿਆਦਾ ਹੋਊਗੀ ਇਹਦਾ ਮਤਲਬ ਉਨਾ ਜ਼ਿਆਦਾ ਉਹ ਇਲੈਕਟ੍ਰਿਕ ਜਿਹੜਾ ਡਾਇਪੋਲ ਹੈ ਉਹ ਜ਼ਿਆਦਾ ਸਟਰੋਂਗ ਹੈ, ਠੀਕ ਹੈ ਜੀ। ਤੇ ਵੈਕਟਰ ਕੁਆਂਟੀਟੀ ਹੈ, ਡਾਇਰੈਕਸ਼ਨ ਕੀ ਹੈ ਨੈਗੇਟਿਵ ਟੂ ਪੋਜ਼ਿਟਿਵ। ਤਾਂ ਆਪਾਂ ਸਟਾਰਟਿੰਗ ਦੇ ਵਿੱਚ ਪੋਲਰ ਮੋਲੀਕਿਊਲਸ ਕੀ ਹੁੰਦੇ ਆ ਸਟੱਡੀ ਕਰ ਲਏ, ਅਨਪੋਲਰ ਮੋਲੀਕਿਊਲਸ ਜਾਂ ਨੋਨ ਪੋਲਰ ਹੋ ਗਏ, ਇਲੈਕਟ੍ਰਿਕ ਡਾਇਪੋਲ ਹੋ ਗਿਆ, ਡਾਇਪੋਲ ਮੂਵਮੈਂਟ ਹੋ ਗਿਆ, SI ਯੂਨਿਟ ਹੋ ਗਿਆ, ਹਨਾ। ਬੇਸਿਕ ਕੰਮ ਹੋ ਗਿਆ। ਜਿਹੜੇ ਆ ਦੋ ਤੁਹਾਡੇ ਮੈਂ ਸਾਹਮਣੇ ਆਰਟੀਕਲਸ ਲਿਖੇ ਨੇ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਡਿਊ ਟੂ ਅ ਡਾਇਪੋਲ ਔਨ ਐਕਸੀਅਲ ਲਾਈਨ ਐਂਡ ਇਕੁਆਟੋਰੀਅਲ ਲਾਈਨ, ਇਹ ਬੱਚੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਮਤਲਬ 3 ਮਾਰਕਸ ਦੇ ਵਿੱਚ ਇਹਦੀ ਤੁਹਾਨੂੰ ਡੈਰੀਵੇਸ਼ਨ ਪੇਪਰ ਦੇ ਵਿੱਚ ਆ ਸਕਦੀ ਹੈ, CBSE ਬੋਰਡ ਚਾਹੇ ਪੰਜਾਬ ਬੋਰਡ, ਠੀਕ ਹੈ। ਪੰਜਾਬ ਬੋਰਡ ਦੇ ਵਿੱਚ ਤਾਂ 90% ਚਾਂਸ ਰਹਿੰਦੇ ਨੇ ਕਿ 90% ਚਾਂਸ ਰਹਿੰਦੇ ਨੇ ਵੀ ਇਹਦੇ ਵਿੱਚੋਂ ਇੱਕ ਡੈਰੀਵੇਸ਼ਨ ਆਉਂਦੀ ਹੁੰਦੀ ਹੈ। CBSE ਦੇ ਵਿੱਚ ਵੀ ਤੁਸੀਂ ਮੰਨ ਕੇ ਚੱਲੋ 60 to 70% ਚਾਂਸਸ ਹੁੰਦੇ ਨੇ ਇਹਦੀ ਡੈਰੀਵੇਸ਼ਨ ਆਉਣ ਦੇ। ਤੇ ਜੇ ਇਹਦੀ ਡੈਰੀਵੇਸ਼ਨ ਨਹੀਂ ਆਉਂਦੀ ਐਕਸੀਅਲ ਤੇ ਇਕੁਆਟੋਰੀਅਲ ਦੀ, ਫਿਰ ਇਹਦਾ ਨੂਮੈਰੀਕਲ ਆਉਂਦਾ CBSE ਬੋਰਡ ਦੇ ਵਿੱਚ, ਠੀਕ ਹੈ। ਕਿਉਂਕਿ CBSE ਬੋਰਡ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਜਿਹਾ ਪ੍ਰੈਕਟੀਕਲੀ ਮਤਲਬ ਯਾਨੀ ਕਿ ਡੈਰੀਵੇਸ਼ਨਸ ਨੂੰ ਥੋੜਾ ਜਿਹਾ ਇਗਨੋਰ ਕੀਤਾ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਕਨਸੈਪਚੁਅਲ ਕੁਐਸਚਨਸ ਹੋ ਗਏ ਜਾਂ ਨੂਮੈਰੀਕਲ ਬੇਸਡ ਕੁਐਸਚਨਸ ਹੋ ਗਏ, ਉਹ ਪਾਏ ਜਾਂਦੇ ਆ, ਠੀਕ ਹੈ। ਬਟ ਇਹ ਨਹੀਂ ਮੈਂ ਕਹਿੰਦਾ ਵੀ ਡੈਰੀਵੇਸ਼ਨਸ ਆਉਂਦੀਆਂ ਨਹੀਂ, ਡੈਰੀਵੇਸ਼ਨਸ ਵੀ ਆਉਂਦੀਆਂ ਨੇ, ਠੀਕ ਹੈ। ਬਟ ਪੰਜਾਬ ਬੋਰਡ ਦੇ ਵਿੱਚ ਜ਼ਿਆਦਾਤਰ ਡੈਰੀਵੇਸ਼ਨਸ ਹੀ ਹੁੰਦੀਆਂ ਨੇ।
ओके ਤਾਂ ਪੋਲਰ ਹੋ ਗਿਆ ਜੀ, ਇਹ ਹੋ ਗਿਆ ਆਪਣੇ ਕੋਲੇ। ਤਾਂ ਅੱਜ ਅਸੀਂ ਡੈਰੀਵੇਸ਼ਨ ਸਟਾਰਟ ਕਰਨ ਜਾ ਰਹੇ ਹਾਂ ਜੀ। ਕੁਐਸਚਨ ਕਿਵੇਂ ਬਣ ਸਕਦਾ ਹੈ, ਮੈਂ ਕੁਐਸਚਨ ਲਿਖ ਰਿਹਾ ਪੂਰਾ। ਡਿਰਾਈਵ an expression of electric field intensity due to a electric dipole on axial line। मैं ਤੁਹਾਨੂੰ ਪਹਿਲਾਂ ਹੀ ਇਹ ਗੱਲ ਕਲੀਅਰ ਕਰ ਦਿੰਦਾ ਬੱਚੇ, ਡੈਰੀਵੇਸ਼ਨਸ ਤੁਹਾਨੂੰ ਤਾਂ ਆਉਣਗੀਆਂ ਜੇ ਤੁਸੀਂ ਆਪਣੇ ਹੱਥ ਨਾਲ ਇਹਨੂੰ ਕਰਕੇ ਦੇਖੋਗੇ। ਜਿਵੇਂ ਹੀ ਅੱਜ ਦਾ ਲੈਕਚਰ ਇਹ ਆਪਾਂ ਸਮਾਪਤ ਕਰਾਂਗੇ, ਕੰਪਲੀਟ ਕਰਾਂਗੇ, ਤੁਸੀਂ ਇਹੀ ਡੈਰੀਵੇਸ਼ਨਸ ਖੁਦ ਆਪਣੀ ਕਾਪੀ ਤੇ ਆਪਣੇ ਹੱਥ ਨਾਲ ਲਿਖ ਕੇ ਦੇਖਣੀਆਂ ਨੇ। ਜੇ ਤਾਂ ਤੁਸੀਂ ਲਿਖਣ ਦੇ ਵਿੱਚ ਕਾਮਯਾਬ ਹੋਗੇ ਫਿਰ ਤੁਹਾਨੂੰ ਕਦੇ ਵੀ ਇਹਨਾਂ ਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਪਊਗੀ। ਨਹੀਂ ਅਦਰਵਾਈਜ਼ ਜਿੰਨੀਆਂ ਡੈਰੀਵੇਸ਼ਨਸ ਅੱਗੇ ਅੱਗੇ ਕਰੀ ਜਾਵਾਂਗੇ ਉਹ ਇਕੱਠੀਆਂ ਹੋਈ ਜਾਣਗੀਆਂ। ਉਸ ਤੋਂ ਬਾਅਦ ਫਿਰ ਕੀ ਸਟੂਡੈਂਟ ਬੌਂਦਲ ਜਾਂਦੇ ਨੇ ਵੀ ਅਸੀਂ ਕੀ ਕਰੀਏ ਜੀ। ਠੀਕ ਹੈ ਜੀ, ਤਾਂ ਇਹ ਮੇਰੀ ਰਿਕੁਐਸਟ ਹੈ, ਕੋਈ ਵੀ ਡੈਰੀਵੇਸ਼ਨ ਹੈ ਜਦੋਂ ਹੀ ਮੈਂ ਕਰਵਾਤੀ ਉਸ ਕਲਾਸ ਤੋਂ ਬਾਅਦ ਉਹਨੂੰ ਤੁਸੀਂ ਖੁਦ ਕਰਕੇ ਦੇਖਣਾ। ਬੜੀ ਸਿੰਪਲ ਤਰੀਕੇ ਨਾਲ ਡੈਰੀਵੇਸ਼ਨ ਕਰਾਉਂਗਾ, ਕਿਤੇ ਵੀ ਤੁਹਾਨੂੰ ਰੱਟਾ ਲਾਉਣ ਦੀ ਲੋੜ ਨਹੀਂ ਪੈਣੀ। ਤਾਂ ਐਕਸੀਅਲ ਲਾਈਨ ਦੇਖੋ, ਇਹਦੇ ਵਿੱਚ ਦੋ ਚੀਜ਼ਾਂ ਮੇਨ ਨੇ। ਇੱਕ ਤਾਂ ਜਿਹੜੀ ਆਪਾਂ ਨੂੰ ਨਜ਼ਰ ਆ ਰਹੀ ਹੈ ਉਹ ਤਾਂ ਹੈਗੀ ਐਕਸੀਅਲ ਲਾਈਨ, ਠੀਕ ਹੈ। ਇੱਕ ਹੈਗਾ ਡਾਇਪੋਲ, ਤੇ ਤੀਸਰਾ ਜੇ ਫਾਈਂਡ ਕਰਨਾ ਜਿਹੜਾ ਆਪਾਂ ਉਹ ਇਲੈਕਟ੍ਰਿਕ ਫੀਲਡ ਇੰਟੈਂਸਿਟੀ, ਮਤਲਬ ਇੰਟੈਂਸਿਟੀ ਮਤਲਬ ਉਹਦੀ ਵੈਲਿਊ, ਠੀਕ ਹੈ। ਇਲੈਕਟ੍ਰਿਕ ਫੀਲਡ ਹੀ ਫਾਈਂਡ ਕਰਨਾ ਤੁਸੀਂ। ਤਾਂ ਪਹਿਲਾਂ ਤਾਂ ਸਾਡੇ ਕੋਲ ਡਾਇਪੋਲ ਹੋਣਾ ਚਾਹੀਦਾ ਨਾ, ਕਿਉਂਕਿ ਜੇ ਡਾਇਪੋਲ ਹੋਊਗਾ ਫਿਰ ਹੀ ਡੈਰੀਵੇਸ਼ਨ ਸਟਾਰਟ ਹੋਊਗੀ। ਤਾਂ ਪਹਿਲਾਂ ਅਸੀਂ ਇੱਕ ਡਾਇਪੋਲ ਕੰਸੀਡਰ ਕਰ ਲਾਂਗੇ। ਆ ਸਾਡੇ ਕੋਲ ਇੱਕ ਡਾਇਪੋਲ ਹੈ ਕੁਛ ਏਦਾਂ, ਠੀਕ ਹੈ ਜੀ, ਜਿਹਦੇ ਵਿੱਚ ਇੱਥੇ ਸਾਡੇ ਕੋਲੇ ਕੀ ਹੈ, ਪੋਜ਼ਿਟਿਵ ਚਾਰਜ ਹੈ, ਇੱਥੇ ਸਾਡੇ ਕੋਲੇ ਕੀ ਹੈ, ਨੈਗੇਟਿਵ ਚਾਰਜ ਹੈ। ਤੇ ਇਹਦੇ ਵਿਚਕਾਰ ਦਾ ਜਿਹੜਾ ਡਿਸਟੈਂਸ ਹੈ ਉਹ ਮੈਂ ਤੁਹਾਨੂੰ ਦੱਸਿਆ ਸੀਗਾ ਕਿੰਨਾ ਡਿਸਟੈਂਸ ਹੋਏਗਾ, ਉਹ ਡਿਸਟੈਂਸ ਹੈਗਾ 2a। ਤੇ ਇਹਦਾ ਬਿਲਕੁਲ ਇੱਥੇ ਹੋ ਗਿਆ ਸੈਂਟਰ O, ਤਾਂ ਆਹ ਡਿਸਟੈਂਸ ਹੋ ਗਿਆ a, ਇਹ ਵੀ ਡਿਸਟੈਂਸ ਹੋ ਗਿਆ a। ਇਹ ਤਾਂ ਹੋ ਗਿਆ ਬੱਚੇ ਇਲੈਕਟ੍ਰਿਕ ਡਾਇਪੋਲ Q। ਤਾਂ ਹੁਣ ਜਦੋਂ ਤੁਸੀਂ ਪੇਪਰ ਦੇ ਵਿੱਚ ਕੁਐਸਚਨ ਲਿਖਣਾ ਹੋਊਗਾ ਤਾਂ ਤੁਸੀਂ ਨੋਟਸ ਤੁਹਾਨੂੰ ਮਿਲ ਚੁੱਕੇ ਨੇ, ਠੀਕ ਹੈ। ਜਿਹੜੇ ਨਹੀਂ ਲੈ ਗਏ ਉਹ ਲੈ ਜਾਓ। ਤਾਂ ਪਹਿਲਾਂ ਤੁਹਾਨੂੰ ਥਿਊਰੀ ਲਿਖਣੀ ਪਊਗੀ, ਠੀਕ ਹੈ। ਇਹ ਨਹੀਂ ਵੀ ਡੈਰੀਵੇਸ਼ਨ ਆ ਗਈ ਤੁਸੀਂ ਨਾਲ ਦੀ ਨਾਲ ਡੈਰੀਵੇਸ਼ਨ ਸਟਾਰਟ ਕਰਤੀ, ਫਿਰ ਨੰਬਰ ਕਦੇ ਪੂਰੇ ਨਹੀਂ ਮਿਲਣੇ। ਤੁਸੀਂ ਪਹਿਲਾਂ ਨਾ ਜੋ ਬਣਾ ਰਹੇ ਹੋ ਉਹਦੇ ਬਾਰੇ ਲਿਖਣਾ ਪਊਗਾ। ਤੁਹਾਨੂੰ ਲਿਖਣਾ ਪਊਗਾ ਵੀ ਕੰਸੀਡਰ ਆ ਇਲੈਕਟ੍ਰਿਕ ਡਾਇਪੋਲ, ਠੀਕ ਹੈ, ਹੈਵਿੰਗ ਚਾਰਜ Q ਐਂਡ ਸੈਪਰੇਸ਼ਨ ਬਿਟਵੀਨ them is 2a, ਠੀਕ ਹੈ। ਫਿਰ ਉਸ ਤੋਂ ਬਾਅਦ ਇੰਨੀ ਗੱਲ ਲਿਖਣ ਤੋਂ ਬਾਅਦ ਫਿਰ ਸਾਡਾ ਕੰਮ ਕੀ ਹੈ, we want to find the electric field, I repeat, we want to find electric field ਕਿੱਥੇ, on axial line। ਹੁਣ axial line ਤੇ ਕਿਸੇ ਪੁਆਇੰਟ ਤੇ ਫਾਈਂਡ ਕਰੋਗੇ ਨਾ, ਤਾਂ ਪਹਿਲਾਂ ਅਸੀਂ axial line ਸਮਝਦੇ ਹਾਂ ਵੀ axial line ਕਿਹੜੀ ਹੁੰਦੀ ਹੈ ਬੱਚੇ, ਜਿਹੜੀ ਲਾਈਨ ਸੈਂਟਰ ਟੂ ਸੈਂਟਰ ਚਾਰजेस ਨੂੰ ਮੀਟ ਕਰ ਰਹੀ ਹੈ ਨਾ, ਇਸੇ ਨੂੰ ਜੇ ਮੈਂ ਐਕਸਟੈਂਡ ਕਰਦਾ ਤਾਂ ਇਸ ਲਾਈਨ ਨੂੰ ਮੈਂ ਐਕਸੀਅਲ ਲਾਈਨ ਬੋਲੂੰਗਾ। ਜਿਹੜੇ ਚਾਰजेस ਦੇ ਸੈਂਟਰ ਟੂ ਸੈਂਟਰ ਜਿਹੜੀ ਲਾਈਨ ਮਿਲ ਰਹੀ ਹੈ ਨਾ, ਇਸੇ ਨੂੰ ਜੇ ਅਸੀਂ ਐਕਸਟੈਂਡ ਕਰ ਦਈਏ, that line is known as axial line। ਹੁਣ ਮੈਂ ਕੀ ਫਾਈਂਡ ਕਰਨਾ ਹੈ, ਮੈਂ ਫਾਈਂਡ ਕਰਨਾ ਹੈ ਇਲੈਕਟ੍ਰਿਕ ਫੀਲਡ। ਤਾਂ ਸਪੋਜ਼ ਕਰੋ ਕਿ ਮੈਂ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਫਾਈਂਡ ਕਰਨ ਜਾ ਰਿਹਾ, ਇਸ ਪੁਆਇੰਟ ਨੂੰ ਮੈਂ ਲਿਖਤਾ P। ਅੱਛਾ ਯਾਦ ਕਰੋ ਮੈਂ ਤੁਹਾਨੂੰ ਕੀ ਦੱਸਿਆ ਸੀ ਵੀ ਜਦੋਂ ਵੀ ਤੁਸੀਂ ਇਲੈਕਟ੍ਰਿਕ ਫੀਲਡ ਫਾਈਂਡ ਕਰਨਾ ਕਿਸੇ ਪੁਆਇੰਟ ਤੇ, ਤਾਂ ਤੁਸੀਂ ਉੱਥੇ ਕੀ ਪਲੇਸ ਕਰਨਾ ਹੈ, ਅਸੀਂ ਪਲੇਸ ਕਰਾਂਗੇ ਉੱਥੇ ਇੱਕ ਯੂਨਿਟ ਪੋਜ਼ਿਟਿਵ ਟੈਸਟ ਚਾਰਜ। ਲਓ ਜੀ ਕਿਉਂ। ਤਾਂ ਹੁਣ ਅਸੀਂ ਇਸ ਤੋਂ ਬਾਅਦ ਕੀ ਲਿਖਾਂਗੇ, ਦੇਖੋ ਪਹਿਲਾਂ ਅਸੀਂ ਲਿਖਿਆ ਸੀ we want to find electric field on axial line at point P, ठीक है, ਇੰਨੀ ਗੱਲ ਲਿਖਤੀ। ਫਿਰ ਕੀ ਲਿਖਾਂਗੇ, place our test charge positive Q naught at point P, ਠੀਕ ਹੈ। ਵੀ ਉਸ ਪੁਆਇੰਟ P ਤੇ ਜਿੱਥੇ ਅਸੀਂ ਫਾਈਂਡ ਕਰਨਾ ਕੀ ਪਲੇਸ ਕਰੋ ਇੱਕ ਟੈਸਟ ਚਾਰਜ, ਤੇ ਸੈਂਟਰ ਤੋਂ ਫਿਰ ਤੁਹਾਨੂੰ ਲਿਖਣਾ ਪਊਗਾ ਇਸ ਸੈਂਟਰ O ਤੋਂ ਇਸ P ਤੱਕ ਦਾ, P ਪੁਆਇੰਟ ਤੇ ਜਿਹੜਾ ਤੁਸੀਂ ਚਾਰਜ ਰੱਖਿਆ ਹੈ ਉਸ ਤੱਕ ਦਾ ਜਿਹੜਾ ਡਿਸਟੈਂਸ ਹੈ ਉਹ ਸਪੋਜ਼ ਕੀ ਹੈ, AX। ਤਾਂ ਇੰਨਾ ਤੁਹਾਨੂੰ ਪਹਿਲਾਂ ਥਿਊਰੀ 'ਚ ਲਿਖਣਾ ਪਊਗਾ, ਬਾਲੇ ਪੇਜ ਵੀ ਨਹੀਂ ਭਰਨੇ ਥਿਊਰੀ ਦੇ, ਬਸ ਇਹ 4-5 ਜਿਹੜੀਆਂ ਗੱਲਾਂ ਨੇ ਨਾ ਤੁਸੀਂ ਇਸ ਡਾਇਗਰਾਮ ਨਾਲ ਰਿਲੇਟਡ ਉਹ ਤੁਸੀਂ ਜ਼ਰੂਰ ਮੈਂਸ਼ਨ ਕਰਨੀਆਂ ਨੇ।
ਹੁਣ ਆ ਗਈ ਸਾਡੀ ਡੈਰੀਵੇਸ਼ਨ ਨੂੰ ਸਟਾਰਟ ਕਿਵੇਂ ਕਰਨਾ ਹੈ। ਉਹਦੇ ਲਈ ਨਾ ਸਾਨੂੰ ਇਲੈਕਟ੍ਰਿਕ ਫੀਲਡ ਦੇਖਣਾ ਹੈ ਹਨਾ। ਅਸੀਂ ਕੀ ਫਾਈਂਡ ਕਰਨਾ, ਇਲੈਕਟ੍ਰਿਕ ਫੀਲਡ। ਚਲੋ ਦੇਖੋ ਮੈਂ ਨਾ ਤੁਹਾਡੇ ਸਮਝਣ ਦੇ ਲਈ ਹਨਾ ਇਸ ਚਾਰਜ ਨੂੰ ਕਹਿ ਦਿੰਦਾ ਚਾਰਜ ਨੰਬਰ 1, ਇਹਨੂੰ ਕਹਿ ਦਿੰਦਾ ਮੈਂ ਚਾਰਜ ਨੰਬਰ 2। ਤਾਂ ਬੱਚੇ ਤੁਸੀਂ ਦੇਖੋ ਜਿਹੜਾ ਪੋਜ਼ਿਟਿਵ ਚਾਰਜ ਦਾ ਨੰਬਰ ਮਤਲਬ 1 ਨੰਬਰ ਚਾਰਜ ਹੈ, ਉਹ ਇਸ ਟੈਸਟ ਚਾਰਜ ਨੂੰ ਰਿਪੈਲ ਕਰੂਗਾ ਜਾਂ ਅਟਰੈਕਟ ਕਰੂਗਾ, ਬੋਲੋ। बोलो बच्चे जल्दी। रिपेल करेगा, वेरी गुड, क्योंकि पॉजिटिव पॉजिटिव नु रिपेल ही करता है। तो जे रिपेल करेगा तो मैं इहदी डायरेक्शन कुछ एवें दिखा सकदा, लाइक दिस। अगर फोर्स इस डायरेक्शन च लग रही है तो मतलब इलेक्ट्रिक फील्ड की डायरेक्शन भी तो फिर यही होगी ना, क्योंकि इलेक्ट्रिक फील्ड हुंदा की है, कितनी फोर्स लगी है टेस्ट चार्ज पे। तो इनु मैं E1 इलेक्ट्रिक फील्ड कहता। E1 की है इलेक्ट्रिक फील्ड ड्यू टू पॉजिटिव क्यू चार्ज। सब नूं पता लग रहा। अच्छा हुण तुसीं सैकेंड नंबर चार्ज ते आ जाओ। जिहड़ा बच्चे सैकेंड नंबर चार्ज है ओनू टेस्ट चार्ज, यह टेस्ट चार्ज नूं की करूगा, आंसर है अट्रैक्ट करूगा इन दिस डायरेक्शन। मतलब ये करके जिहड़ा इलैक्ट्रिक फील्ड है वो की होएगा, कोई इलैक्ट्रिक फील्ड E2 जी डायरेक्शन ए वाली है, ठीक है जी। तो E2 की है इलैक्ट्रिक फील्ड ड्यू टू नेगेटिव क्यू चार्ज। इत्थों तक किसी को कोई दिक्कत मैनू नहीं लगता होनी चाहिए। हुण असी फाइंड करना है P पॉइंट ते नेट इलैक्ट्रिक फील्ड। इलैक्ट्रिक फील्ड एक वेक्टर क्वांटिटी है, एक इलैक्ट्रिक फील्ड कह रहा है भी ए साइड है, उस पॉइंट पे एक इलैक्ट्रिक फील्ड कह रहा है ए साइड है। ਇਹਦਾ मतलब दोनों सानू की फाइंड करना पऊगा, रिजल्टेंट, क्योंकि जो वैक्टर क्वांटिटीज होंदियां ने तां रिजल्टेंट वैक्टर ही साडा राइट आंसर होंदा है। तां रिजल्टेंट वास्ते सानू ये देखना पऊगा ना भी किहड़ा इलैक्ट्रिक फील्ड ज्यादा वड्डा है, E1 ज्यादा वड्डा है जां E2 ज्यादा वड्डा है। तां ओहदे लई असीं थोड़ा जिहा इहनूं समझदे। देखो आपां बच्चे की कहेगा सेंटर तो इस P पॉइंट तक दा जिहड़ा चार्ज तक दा जिहड़ा डिस्टेंस सी वो x सीगा, तां इस Q1 चार्ज तो आ डिस्टेंस मैंने दसूगा कोई जना कितना डिस्टेंस होगा 1 नंबर चार्ज तो P पॉइंट तक डिस्टेंस है जी। वेरी गुड, वेरी गुड, वेरी गुड, x प्लस a, बहुत अच्छी। अच्छा जे मैं सेकंड चार्ज देखा फिर आ डिस्टेंस कितना होगा, x/2। ध्यान नाल देखो ये O तक दा x है, ਉਹਦੇ ਚੋਂ a ਮਾਈਨਸ ਕਰ ਦੋ ਤਾਂ ਬਚਿਆ ਕਿੰਨਾ x ਮਾਈਨਸ a। ਕੀ ਇੰਨੀ ਗੱਲ ਸਮਝ ਆ ਰਹੀ ਹੈ ਸਾਰਿਆਂ ਨੂੰ? क्लियर होगी जी गल नहीं? देखो सेंटर O तो लैके P तक का डिस्टेंस है x, ठीक है। O ते दूसरे नंबर 4 तक का डिस्टेंस है A। ਇਹਦਾ मतलब मैं x ਦੇ ਵਿੱਚੋਂ ਕੀ ਮਾਈਨਸ ਕਰਤਾ, मैं A माइनस करता ਤਾਂ डिस्टेंस कितना बच गया x माइनस A। ਹੁਣ ਬੱਚੇ ਸਾਨੂੰ ਪਤਾ ਹੈ ਵੀ ਜਿਹੜਾ x plus a डिस्टेंस है ਉਹ ਵੱਡਾ ਹੈ ਨਾ x minus a ਦੇ ਨਾਲ, ਇਹ ਤਾਂ ਸਾਨੂੰ ਪਤਾ ਹੀ ਹੈ, ਦਿਖ ਰਿਹਾ ਸਾਫ਼-ਸਾਫ਼। ਤੇ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਯਾਦ ਕਰੋ, ਤੁਹਾਨੂੰ ਮੈਂ ਕੀ ਲਿਖਾਇਆ ਸੀਗਾ k q by r ਸਕੁਅਰ। मतलब ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹ डिस्टेंस ਦੇ ਕੀ ਹੈ, ਉਹ ਇਨਵਰਸਲੀ ਪ੍ਰੋਪੋਰਸ਼ਨਲ ਦਾ ਰਿਲੇਸ਼ਨ ਬਣਦਾ ਹੈ। मतलब ਜਿੰਨਾ डिस्टेंस ਜ਼ਿਆਦਾ ਉਨਾ ਇਲੈਕਟ੍ਰਿਕ ਫੀਲਡ ਘੱਟ। ਹੁਣ ਦੇਖੋ डिस्टेंस किहदा ज्यादा है x plus a वाले दा डिस्टेंस ज्यादा है, ते x plus a वाला चार्ज किहड़ा है वो हैगा चार्ज नंबर 1। वो चार्ज किहड़ा है चार्ज नंबर 1। ਇਹਦਾ मतलब चार्ज नंबर 1 करके इलेक्ट्रिक फील्ड किहड़ा बन रहा है, इलेक्ट्रिक फील्ड बन रहा है E1। ਇਹਦਾ मतलब मैं लिख सकता E1 इलेक्ट्रिक फील्ड इज लेस देन E2। ਹੁਣ देखो मान लो इलेक्ट्रिक फील्ड E1 हैगा 10 न्यूटन पर कूलम ਤੇ E2 ਹੈਗਾ ਮੰਨ ਲਓ 20 ਨਿਊਟਨ ਪਰ ਕੂਲਮ। ਤਾਂ ਨੈਟ ਇਲੈਕਟ੍ਰਿਕ ਫੀਲਡ ਮੈਨੂੰ ਦੱਸੋ ਕਿੱਧਰ ਹੋਊਗਾ, E2 ਦੇ ਵੱਲ ਹੋਊਗਾ ਜਾਂ E1 ਦੇ ਵੱਲ ਹੋਊਗਾ? E2। ਹਾਂ ਵੈਰੀ ਗੁੱਡ। ਇਹਦਾ ਮਤਲਬ ਬੱਚੇ ਜਿਹੜਾ ਨੈਟ ਇਲੈਕਟ੍ਰਿਕ ਫੀਲਡ ਹੈ, ਨੈਟ ਇਲੈਕਟ੍ਰਿਕ ਫੀਲਡ ਦੀ ਜੇ ਮੈਂ ਡਾਇਰੈਕਸ਼ਨ ਦਿਖਾਵਾਂ ਤਾਂ ਉਹ ਕੁਝ ਇਸ ਤਰੀਕੇ ਨਾਲ ਬਣੇਗੀ। ਇਸ ਸਾਈਡ ਨੈਟ ਇਲੈਕਟ੍ਰਿਕ ਫੀਲਡ ਆਏਗਾ ਤੇ ਇਹ ਫਾਈਂਡ ਕਿਵੇਂ ਕਰਾਂਗੇ ਅਸੀਂ ਵੱਡੇ ਇਲੈਕਟ੍ਰਿਕ ਫੀਲਡ ਦੇ ਵਿੱਚੋਂ ਛੋਟਾ ਇਲੈਕਟ੍ਰਿਕ ਫੀਲਡ ਕੀ ਕਰ ਦਾਂਗੇ ਮਾਈਨਸ ਕਰ ਦਾਂਗੇ ਬਸ। ਦੇਖੋ ਜਿਹਨੂੰ ਡਾਇਗਰਾਮ ਸਮਝ ਲੱਗ ਗਈ ਇਹਦਾ ਮਤਲਬ ਇਸ ਦੀ ਡੈਰੀਵੇਸ਼ਨ ਜੋ ਉਹਨੂੰ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ। ਡਾਇਗਰਾਮ ਤੇ ਦੇਖੋ ਕਿੰਨਾ ਟਾਈਮ ਲੱਗਦਾ।
अच्छा एक चीज होर तुहाडे फायदे वास्ते मैं इहदे विच दस दिंदा, ध्यान नाल नोट करो, नेट इलैक्ट्रिक फील्ड की डायरेक्शन किधरों आ रही है, नेगेटिव टू पॉजिटिव। आई रिपीट, नेगेटिव इलैक्ट्रिक फील्ड जिहड़ा नेट इलैक्ट्रिक फील्ड है, उसकी डायरेक्शन की आ रही है, नेगेटिव टू पॉजिटिव। ते ਅਸੀਂ पढ़िया सीगा जिहड़ा डायपोल मूवमेंट हुंदी है, ਉਹਦੀ डायरेक्शन भी किधरों किधर हुंदी है, नेगेटिव टू पॉजिटिव। मतलब ए साइड मैं इस इलैक्ट्रिक डायपोल का इलैक्ट्रिक डायपोल मूवमेंट भी दिखा सकता। ਇਹਦਾ मतलब बच्चे एक्सियल लाइन वाला क्वेश्चन एक अजिहा क्वेश्चन है ਜਿਹਦੇ ਵਿੱਚ ਜਿਹੜਾ एंगल है, एंगल बिटवीन, ये भी ਤੁਹਾਡੀ हेल्प करूगा आगे जाके, ई नेट एंड डायपोल मूवमेंट शुड बी कितना होना चाहिए, हो जीरो। आ गल भी अपने पल्ले बन लो कि इलैक्ट्रिक फील्ड ते इलैक्ट्रिक डायपोल मूवमेंट दे विचकार एंगल कितना होंदा, जीरो, क्योंकि दोनों आपस की जा रहे हैं, पैरेलल जा रहे हैं। ठीक है, तो हुण डेरिवेशन बड़ी सिंपल है जी। असी की करना है, ई नैट कैलकुलेट करना है। ई नैट इज इक्वल टू हुंदा सानू कोले E2 माइनस E1, इन्हें लिखो इक्वेशन नंबर 1। अच्छा E1 इलैक्ट्रिक फील्ड सी पॉजिटिव चार्ज करके, तो फार्मूला क्या गया, K Q अपॉन डिस्टेंस कितना सी उदा x प्लस a दा होल स्क्वायर। सिमिलरली E2 साडे कोले की आ गया, K Q, देखो प्लस माइनस कंसीडर नहीं करना, आई रिपीट, अपॉन डिस्टेंस कितना सीगा, वो सीगा x माइनस a दा होल स्क्वायर। इन्हां दोनों नूं पुट कर दो इन 1, तो E net is equal to तुहाडे कोले की आ जाऊगा, K Q तुहाडे कोले आ जाऊगा कॉमन, तो बचूगा इत्थे की 1 अपॉन x माइनस a दा होल स्क्वायर माइनस 1 अपॉन x प्लस a दा होल स्क्वायर। तो देखो हुण इहनूं किवें सॉल्व करना है, होल स्क्वायर नूं एक बारी भुल जाओ, इहदा एलसीएम ले लो। देखो आ तुहाडे कोल की बन गया, इहनूं ऐ मान लो 1 अपॉन x माइनस a माइनस 1 अपॉन x प्लस a, ये तुहाडे कोले बन गया a प्लस b माइनस a माइनस b। तो इहदा एलसीएम बच्चे की आऊगा x स्क्वायर माइनस a स्क्वायर, ऊपर की है स्क्वायर एज इट इज लिखो। तो जो इन्हों डिवाइड करोगे इस फर्स्ट टर्म नाल, ऊपर जी टर्म बचूगी वो बचूगी x प्लस ए दा होल स्क्वायर माइनस जो दूसरी टर्म ना डिवाइड करोगे तो ऊपर टर्म बचूगी x माइनस ए दा होल स्क्वायर। लो जी, इत्थों तक मैं करता। हुण तुसीं अपनी कॉपीज चक्को, इस डेरिवेशन दे विच इस स्क्वायर नूं खोलो ते चेक करो किहड़ियां टर्म्स आपस कैंसल हो रही ने, उन्होंने कैंसल करके मैनू फाइनल आंसर बोलो। अपने को 6 मिनट रह गए, उस तो बाद फिर मैं दोबारा लिंक तुहानूं सेंड करूँ। देखते हैं सब तो पहला कौन इस नूं सॉल्व करता है, ते फाइनल आंसर मैनूं दस दे। सर के क्यू सर ऊपर आएगा ए एक्स 4 ए एक्स ए क्यू 4x a अपॉन x स्क्वायर माइनस a स्क्वायर दा होल स्क्वायर।
ओ सॉरी 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 आवाज नहीं आ रही सी, कोई गल नहीं। मैं यही कह रहा सीगा कि जे x ਦੀ ਵੈਲਿਊ a ਤੋਂ ਬਹੁਤ ਵੱਡੀ ਹੋ ਜੇ ਤਾਂ ਬੱਚੇ ਇਹਨੂੰ ਅਸੀਂ ਨਾ ਸ਼ਾਰਟ ਇਲੈਕਟ੍ਰਿਕ ਡਾਇਪੋਲ ਬੋਲਦੇ ਆ। a ਸਾਡਾ ਕੀ ਸੀਗਾ, ਡਾਇਪੋਲ ਦਾ ਸੈਂਟਰ ਤੋਂ ਲੈ ਕੇ ਚਾਰ ਤੱਕ ਦਾ ਡਿਸਟੈਂਸ ਹੈ ਨਾ। x ਸਾਡਾ ਸੀਗਾ ਆਬਜ਼ਰਵੇਸ਼ਨ ਪੁਆਇੰਟ ਜਿੱਥੇ ਅਸੀਂ ਇਲੈਕਟ੍ਰਿਕ ਫੀਲਡ ਫਾਈਂਡ ਕਰਦੇ ਸੀ। ਜੇ ਉਹ ਵਾਲਾ x a ਨਾਲੋਂ ਬਹੁਤ ਜ਼ਿਆਦਾ ਵੱਡਾ ਹੋ ਜੇ ਤਾਂ a ਨੂੰ ਅਸੀਂ ਨਿਗਲੈਕਟ ਕਰ ਦਿੰਦੇ ਆ। ਠੀਕ ਹੈ, ਨਿਗਲੈਕਟ ਕਰਕੇ ਫਿਰ ਜਿਹੜੀ ਇਹ ਡਾਇਪੋਲ ਬਣ ਜਾਂਦੀ ਹੈ ਨਾ, ਇਸ ਡਾਇਪੋਲ ਨੂੰ ਅਸੀਂ ਬੋਲਦੇ ਹਾਂ ਸ਼ਾਰਟ ਇਲੈਕਟ੍ਰਿਕ ਡਾਇਪੋਲ। ਫਿਰ ਫਾਰਮੂਲਾ ਦਾ ਇਹ ਹੈ, ਮਤਲਬ ਜੇ ਤੁਹਾਡੇ ਕੋਲ ਨਿਊਮੈਰੀਕਲ ਦੀ ਸਟੇਟਮੈਂਟ ਦੇ ਵਿੱਚ ਤੁਹਾਨੂੰ ਇਹ ਲੱਗ ਰਿਹਾ ਹੈ ਵੀ ਜਿਹੜੇ ਤੁਹਾਡੇ ਕੋਲ ਪੈਰਾਮੀਟਰ ਦਿੱਤੇ ਹੋਏ ਨੇ ਉਹਦੇ ਵਿੱਚ x a ਤੋਂ ਬਹੁਤ ਵੱਡਾ ਹੈ, ਤਾਂ ਬੱਚੇ ਤੁਸੀਂ ਜਿਹੜਾ ਫਾਈਨਲ ਫਾਰਮੂਲਾ ਆਪਾਂ ਬਣਾਇਆ ਨਾ x0 ਵਾਲਾ 2kp/x3, ਫਿਰ ਤੁਸੀਂ ਇਹ ਲਾਓਗੇ। ਜੇ ਤੁਹਾਨੂੰ ਲੱਗਦਾ ਹੈ ਵੀ ਨਹੀਂ ਯਾਰ ਵੀ x ਅਪਰੋਕਸੀਮੇਟ ਕੀ ਹੈ a ਦੇ ਬਰਾਬਰ ਜਿਹਾ ਹੀ ਹੈ ਹਨਾ, ਵੀ ਨਿਗਲੈਕਟ ਕਰਨ ਵਾਲੀ ਸਿਚੁਏਸ਼ਨ ਨਹੀਂ ਹੈਗੀ, ਫਿਰ ਤੁਸੀਂ ਆਹ ਵਾਲਾ ਫਾਰਮੂਲਾ ਲਗਾਓਗੇ, ਫਿਰ ਇਹਦੇ ਨਾਲ ਆਨਸਰ ਸਹੀ ਆ। ਠੀਕ ਹੈ ਜੀ, ਕਲੀਅਰ ਹੋ ਗਿਆ? ਹਾਂਜੀ ਬੋਲੋ ਬੱਚੇ, ਕਲੀਅਰ ਹੈ ਸਭ ਨੂੰ? बोलो क्लियर है? यस सर। हाँ यस सर। हाँ वेरी गुड। चलो मैं दोबारा लिंक सेंड कर देता हूँ, ठीक है, फिर आप इक्वेटोरियल वाला भी देखते हैं।